ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਪਾਟਿਆ। ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਤੇ ਉਦਯੋਗ ਸੂਬੇ ਦੀ ਆਰਥਿਕਤਾ ਦਾ ਦੂਸਰਾ ਪਹੀਆ ਹੈ। ਲਾਕਡਾਊਨ ਕਾਰਨ ਉਦਯੋਗ ਬੰਦ ਪਏ ਨੇ ਜੋ ਹੁਣ ਕੁਝ ਸਾਵਧਾਨੀਆਂ ਦੇ ਨਾਲ ਖੁੱਲ੍ਹਣ ਜਾ ਰਹੇ ਨੇ, ਪਰ ਉਦਯੋਗ ਡਿਮਾਂਡ ਸਪਲਾਈ ਦੀ ਚੇਨ ਹੈਗੀ ਹੈ। ਅਜਿਹੇ ਵਿੱਚ ਲੇਬਰ ਦੀ ਘਾਟ ਤੇ ਉਦਯੋਗਾਂ ਨੂੰ ਰੋਜ਼ ਦੀ ਆਰਥਿਕ ਮਾਰ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਉਦਯੋਗਪਤੀ ਕੀ ਸੋਚ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਤੇ ਉਦਯੋਗਾਂ ਦੀਆਂ ਆਖਰ ਆਪਣੀਆਂ ਸਮੱਸਿਆਵਾਂ, ਆਪਣੇ ਕ੍ਰਾਈਸਿਸ ਕੀ ਹੈਗੇ ਨੇ ਔਰ ਇਹਨਾਂ ਤੋਂ ਬਾਹਰ ਆਉਣ ਦਾ ਵੇ ਆਊਟ ਉਦਯੋਗਪਤੀਆਂ ਦੇ ਕੋਲ ਕੀ ਹੈਗਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਟੈਕਸਟਾਈਲ ਇੰਡਸਟਰੀ ਦਾ ਵੱਡਾ ਨਾਮ ਨੀਰਜ ਸਲੂਜਾ ਮੌਜੂਦ ਨੇ। ਨੀਰਜ ਸਲੂਜਾ ਐਸਐਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੇ। ਸਲੂਜਾ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਜੀ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਜੀ, ਥੈਂਕ ਯੂ। ਸਲੂਜਾ ਸਾਹਿਬ, ਸਭ ਤੋਂ ਪਹਿਲਾਂ ਇੰਡਸਟਰੀ ਦੇ ਜਿਸ ਤਰ੍ਹਾਂ ਅਸੀਂ ਦੱਸਿਆ ਕਈ ਤਰ੍ਹਾਂ ਦੇ ਕ੍ਰਾਈਸਿਸ ਹੈਗੇ ਨੇ, ਰੋਜ਼ ਦਾ ਵੀ ਹੈਗਾ, ਤੁਹਾਨੂੰ ਲੇਬਰ ਦਾ ਵੀ ਹੋ ਗਿਆ। ਹੁਣ ਜਿਹੜੀ ਮੌਜੂਦਾ ਸਥਿਤੀ ਦੇ ਵਿੱਚ ਤੁਹਾਡੀ ਅਸੈਸਮੈਂਟ, ਪਹਿਲਾ ਰਿਐਕਸ਼ਨ ਚਾਹਾਂਗਾ, ਤੁਹਾਡੀ ਅਸੈਸਮੈਂਟ ਕੀ ਹੈਗੀ ਹੈ, ਕਿੱਥੇ ਖੜੀ ਹੈ ਟੈਕਸਟਾਈਲ ਇੰਡਸਟਰੀ ਪੰਜਾਬ ਦੀ? ਦੇਖੋ, ਜਿਹੜੀ ਟੈਕਸਟਾਈਲ ਇੰਡਸਟਰੀ ਪੰਜਾਬ ਦੀ ਹੈ, ਟੈਕਸਟਾਈਲ ਦੀ ਟੋਟਲ ਜਿੰਨੀ ਕੰਜ਼ੰਪਸ਼ਨ ਹੈ ਉਹਦੀ ਤਕਰੀਬਨ 40% ਜਿਹੜੀ ਪ੍ਰੋਡਕਸ਼ਨ ਹੈ ਉਹ ਐਕਸਪੋਰਟ ਹੁੰਦੀ ਹੈ ਔਰ ਉਹਦੇ USA ਦਾ ਬਹੁਤ ਬੜਾ ਹੱਥ ਹੈ। ਮੇਜਰ ਟੈਕਸਟਾਈਲ ਦਾ ਜਿਹੜਾ ਕੰਜ਼ੰਪਸ਼ਨ ਸੈਂਟਰ ਹੈ USA ਹੈ, ਜੋ ਕਿ ਆਪਾਂ ਦੇਖ ਰਹੇ ਹਾਂ ਸਾਰੇ USA ਦੀ ਹਾਲਤ ਸਭ ਨਾਲੋਂ ਜ਼ਿਆਦਾ ਖਰਾਬ ਹੈ। ਤੋ ਅਗਰ ਆਪਾਂ ਇਹਨੂੰ ਸਟੈਪ ਬਾਏ ਸਟੈਪ ਲਈਏ, ਪਹਿਲੇ ਅਗਰ ਆਪਾਂ ਮਾਰਕੀਟ ਲਈਏ ਤਾਂ ਜਿਹੜੀ ਮਾਰਕੀਟ ਹੈ US ਮਾਰਕੀਟ ਹਜੇ ਖੁੱਲੀ ਨਹੀਂ ਹੈ, ਉਹਨੂੰ ਅਜੇ 2-3 ਮਹੀਨੇ ਆਈ ਥਿੰਕ ਸਟੈਬਲਾਈਜ਼ ਹੋਣ ਨੂੰ ਮਿਨੀਮਮ ਲੱਗਣਗੇ। ਸੇਮ ਹਾਲਤ ਆਪਣੀ ਯੂਰਪ 'ਚ ਹੈ ਜਾਂ ਫਾਰ ਈਸਟ ਲੈ ਲਈਏ, ਸਭ ਜਗ੍ਹਾ ਇਹੀ ਹਾਲਤ ਹੈ। ਈਵਨ ਦੋ ਆਪਾਂ ਇੰਡਸਟਰੀ ਚਲਾ ਵੀ ਲਵਾਂਗੇ, ਇੰਡਸਟਰੀ ਚਲਾਉਣ 'ਚ ਵੀ ਬਹੁਤ ਪਰੇਸ਼ਾਨੀਆਂ ਨੇ, ਲੇਕਿਨ ਚਲਾ ਕੇ ਵੀ ਮਾਰਕੀਟਸ ਨਹੀਂ ਖੁੱਲੀਆਂ ਤੇ ਆਪਾਂ ਕਿਹਨੂੰ ਵੇਚਾਂਗੇ? ਬਿਲਕੁਲ। ਤੇ ਪਰ ਜਿਹੜੀ ਇੱਥੇ ਦੀ ਜਿਹੜਾ ਇੱਥੇ ਬਣਿਆ ਹੋਇਆ ਮਾਲ ਸਟਾਕ ਕੀਤਾ ਗਿਆ ਸੀਗਾ ਪਹਿਲੇ ਹੀ, ਜਿਹੜਾ ਉਹਦੀ ਹੁਣ ਕੀ ਸਥਿਤੀ ਹੈਗੀ ਹੈ? ਜਿਹੜੀ ਮਟੀਰੀਅਲ ਹੈਂਡਲਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਉਹ ਇੱਕ ਵੱਖਰੀ ਸਮੱਸਿਆ ਹੈਗੀ ਹੈ ਕਿ ਉਹ ਮਟੀਰੀਅਲ ਹੈਂਡਲਿੰਗ ਦੇ ਲਈ ਕਿਆ ਇੱਥੇ ਪ੍ਰੋਪਰ ਕੈਪੈਸਿਟੀ ਹੈਗੀ ਹੈ? ਅਦਰਵਾਈਜ਼ ਤੇ ਤੁਹਾਡਾ ਐਕਸਪੋਰਟ ਹੁੰਦਾ ਸਾਰਾ ਦਾ ਸਾਰਾ ਹੀ। ਦੇਖੋ, ਮਟੀਰੀਅਲ ਜਿਹੜਾ ਫੈਕਟਰੀ ਦੇ ਵਿੱਚ 3 ਤਰ੍ਹਾਂ ਦਾ ਮਾਲ ਹੁੰਦਾ ਹੈ। ਇੱਕ ਤਾਂ ਮਾਲ ਹੁੰਦਾ ਹੈ ਜਿਹੜਾ ਕਿ ਸਮਝੋ, ਜੇ ਆਪਾਂ ਗੱਲ ਕਰੀਏ, ਅਸੀਂ ਸਾਰੇ ਵਰਟੀਕਲ ਦੇ ਵਿੱਚ ਹੈਗੇ ਹਾਂ, ਧਾਗੇ ਤੋਂ ਲੈ ਕੇ ਗਾਰਮੈਂਟ, ਫੈਬਰਿਕ, ਟਾਵਲ ਸਭ ਬਣਾਉਂਦੇ ਹਾਂ। ਸੋ ਅਗਰ ਆਪਾਂ ਗੱਲ ਕਰੀਏ, ਕੁਛ ਤਾਂ ਮਟੀਰੀਅਲ ਕਾਟਨ ਦੇ ਸ਼ੇਪ ਦੇ ਵਿੱਚ ਰॉ ਮਟੀਰੀਅਲ ਪਿਆ, ਕੁਛ ਧਾਗਾ ਪਿਆ, ਕੁਛ ਫੈਬਰਿਕ ਪਿਆ, ਕੁਛ ਗਾਰਮੈਂਟ ਪਿਆ। ਸੋ ਪਹਿਲੇ ਤਾਂ ਹਰ ਸਟੇਜਸ ਤੇ, ਕਿਉਂਕਿ ਸਰਕਾਰ ਨੇ ਇੱਕਦਮ ਲਾਕਡਾਊਨ ਅਨਾਉਂਸ ਕਰਤਾ, ਹਰ ਸਟੇਜ ਤੇ ਮਟੀਰੀਅਲ ਰੁਕਿਆ ਪਿਆ ਹੈ ਔਰ ਇਹ ਬੜੀ ਹਾਈਲੀ ਸਪੈਸ਼ਲਾਈਜ਼ਡ ਇੰਡਸਟਰੀ ਹੈ। ਇਹਦੇ 'ਚ ਆਪਾਂ ਕਹੀਏ ਵੀ ਕੋਈ ਵੀ ਵਰਕਰ ਫੜ ਕੇ ਲਗਾ ਦਈਏ, ਉਹ ਨਹੀਂ ਹੋ ਸਕਦਾ। ਪਹਿਲੇ ਤਾਂ ਆਈ ਥਿੰਕ ਇੰਡਸਟਰੀ ਖੁੱਲੇਗੀ, ਅਸੀਂ ਉਹ ਮਟੀਰੀਅਲ ਨੂੰ ਤਿਆਰ ਕਰਕੇ ਡਿਸਪੈਚ ਲਾਇਕ ਉਹਨੂੰ ਤਿਆਰ ਕਰੀਏ ਜਿਹੜਾ ਕਿ ਜਾ ਵੀ ਸਕਦਾ, ਕਿਉਂਕਿ ਇਸ ਵੇਲੇ ਅਧੂਰਾ ਪਿਆ ਸਭ ਕੁਛ। ਔਰ ਦੂਸਰੀ ਚੀਜ਼ ਜਿਹੜੀ ਹੈ ਵੀ ਜਿੰਨੇ ਮਟੀਰੀਅਲ ਤਿਆਰ ਵੀ ਹੈ, ਕੋਈ ਵੀ ਕਸਟਮਰ ਇਸ ਵੇਲੇ ਉਹਦੀ ਸ਼ਿਪਮੈਂਟ ਲੈਣ ਨੂੰ ਤਿਆਰ ਨਹੀਂ ਹੈ, ਕਿਉਂਕਿ ਸਾਰੀਆਂ ਮਾਰਕੀਟਾਂ ਬੰਦ ਹੈ। ਅਗਰ ਆਪਾਂ ਧਾਗਾ ਲੈ ਲਈਏ, ਡੋਮੈਸਟਿਕ 'ਚ ਲੈ ਲਈਏ, ਇੰਡੀਆ 'ਚ ਧਾਗੇ ਦੀ ਸਭ ਨਾਲੋਂ ਜ਼ਿਆਦਾ ਖਪਤ ਹੈ ਮਹਾਰਾਸ਼ਟਰ 'ਚ ਜਾਂ ਸਾਊਥ 'ਚ, ਜਿੱਥੇ ਕਿ ਮੈਕਸਿਮਮ ਪਾਵਰ ਲੂਮ ਜਾਂ ਹੈਂਡਲੂਮ ਹੈਗੀਆਂ। ਲੂਮ ਸੈਕਟਰ ਸਾਰਾ ਬੰਦ ਪਿਆ ਇਸ ਵੇਲੇ। तो जब तक सारी वैल्यू चेन नहीं खुलेगी तो मटीरियल ਦੀ मूवमेंट ਦਾ ਬਿਲਕੁਲ ਪੋਸੀਬਲ ਨਹੀਂ ਹੈ। ਮਟੀਰੀਅਲ ਦੀ ਪੋਸੀਬਲ ਨਹੀਂ, ਪਰ ਜਿਹੜੇ ਤੁਹਾਡੇ ਤਿਆਰ ਹੋਇਆ ਮਾਲ ਕੰਸਾਈਨਮੈਂਟਸ ਹੈਗੇ ਨੇ, ਇਹਦੀ ਹੁਣ ਕੀ ਕਰੰਟ ਸਥਿਤੀ ਕੀ ਆ? ਕਿਆ ਉਹ ਡੀਲਸ ਕੈਂਸਲ ਹੁੰਦੀਆਂ ਨੇ ਜਾਂ ਉਹ ਦੁਬਾਰਾ ਜਦੋਂ ਆਫਟਰ ਲਾਕਡਾਊਨ ਉਹ ਦੁਬਾਰਾ ਕੰਟੀਨਿਊ ਪ੍ਰੋਸੈਸ ਦੇ ਵਿੱਚ ਆ ਜਾਂਦੀਆਂ? ਜਿਸ ਤਰ੍ਹਾਂ ਤੁਸੀਂ ਕਿਹਾ ਯੂਰਪ ਦੀ ਡਿਮਾਂਡ ਹੈਗੀ ਆ, ਅਮਰੀਕਾ ਦੀ ਡਿਮਾਂਡ ਹੈਗੀ ਆ, ਤੇ ਫਿਰ ਉਹ ਜਿਹੜਾ ਲਾਸ ਹੈਗਾ ਉਹ ਕਿੰਨਾ ਕੁ ਤੁਸੀਂ ਮੰਨਦੇ ਹੋ ਟੈਕਸਟਾਈਲ ਇੰਡਸਟਰੀ ਦਾ, ਉਹ ਜੇ ਸਪੈਸੀਫਿਕਲੀ ਕਿਹਾ ਜਾਏ? ਦੇਖੋ, ਜਿਹੜਾ ਆਪਾਂ ਅਗਰ ਪਹਿਲੇ ਗੱਲ ਕਰੀਏ ਧਾਗੇ ਦੀ, ਧਾਗਾ ਇੱਕ ਐਸਾ ਪ੍ਰੋਡਕਟ ਹੈ ਜਿਹੜਾ ਕਿ ਕਮੋਡਿਟੀ ਹੈ। ਉਹਦੇ ਵਿੱਚ ਵੈਲਿਊ ਲਾਸ ਹੁੰਦਾ ਵੈ ਵੀ ਜੇ ਰॉ ਮਟੀਰੀਅਲ ਦੇ ਪ੍ਰਾਈਸਿਸ ਘਟ ਗਏ, ਪਲੱਸ ਡਿਮਾਂਡ ਸਪਲਾਈ ਦਾ ਬੈਲੈਂਸ ਹੁੰਦਾ। ਅਗਰ ਆਪਾਂ ਲਾ ਲਈਏ ਜੋ ਕਾਟਨ ਦੇ ਰੇਟ 15 ਮਾਰਚ ਨੂੰ ਸੀਗੇ ਔਰ ਜੋ ਅੱਜ ਹੈ, ਉਹਦੇ ਤਕਰੀਬਨ 25% ਦੀ ਗਿਰਾਵਟ ਹੈ ਰॉ ਮਟੀਰੀਅਲ ਦੀ। तो सिमिलरली अगर आप धागा ले लिए, धागे ਦੇ ਵਿੱਚ 30% ਪ੍ਰਾਈਸ ਦੀ ਗਿਰਾਵਟ ਹੈ। ਸੋ ਜਿਹੜਾ ਮਟੀਰੀਅਲ ਅੰਦਰ ਪਿਆ ਆਬਵੀਅਸਲੀ ਉਹਦੀ ਉਨੀ ਵੈਲਿਊ ਤਾਂ ਘਟ ਗਈ ਹੈ। ਜੇ ਫਿਨਿਸ਼ ਗੁੱਡ ਤੇ ਆ ਜਾਈਏ, ਫਿਨਿਸ਼ ਗੁੱਡ ਜਿੱਦਾਂ ਆਪਾਂ ਗਾਰਮੈਂਟ ਲੈ ਲਈਏ, ਗਾਰਮੈਂਟ ਇੱਕ ਸੀਜ਼ਨ ਦੇ ਹਿਸਾਬ ਨਾਲ ਬਣਦਾ ਹੈ। ਜਿਹੜਾ ਗਾਰਮੈਂਟ ਨੂੰ ਇਸ ਵੇਲੇ ਸਮਝੋ ਯੂਰਪ ਜਾਂ ਅਮਰੀਕਾ ਐਕਸਪੋਰਟ ਹੋਣਾ ਹੈ, ਉਹ ਇੱਕ ਸਮਰ ਸੀਜ਼ਨ ਲਈ ਐਕਸਪੋਰਟ ਹੋਣਾ ਸੀ। ਜੇ ਅਗਲੇ 3 ਮਹੀਨੇ ਨਹੀਂ ਜਾਏਗਾ
ਤੇ ਉਹ ਅਗਲੇ ਸਮਰ ਤੇ ਗੱਲ ਪੈ ਗਈ ਕਿ ਵਿੰਟਰ 'ਚ ਤਾਂ ਗਾਰਮੈਂਟ ਪਹਿਨਾ ਹੀ ਨਹੀਂ ਹੈ। ਸਿਮਿਲਰਲੀ ਤੌਲੀਆ ਹੈ, ਜਿਹੜੇ ਬੀਚ ਟਾਵਲ ਹੈ, ਉਹ ਸਮਰ 'ਚ ਯੂਜ਼ ਹੁੰਦਾ ਹੈ ਜਾਂ ਵਿੰਟਰ ਦਾ ਆਰਡਰ ਲਾਈਨ ਹੀ ਡਿਫਰੈਂਟ ਹੁੰਦੀ ਹੈ। ਸੋ ਫੈਸ਼ਨ ਪ੍ਰੋਡਕਟ 'ਚ ਬੜਾ ਭਾਰੀ ਲਾਸ ਹੋਏਗਾ। ਇਹ ਮਤਲਬ ਇਹ ਸਰਕਲ 1 ਸਾਲ ਤੱਕ ਦਾ ਹੋ ਗਿਆ ਘੁੰਮ ਕੇ, ਮਿਨੀਮਮ 1 ਸਾਲ ਜੀ, ਮਿਨੀਮਮ 1 ਸਾਲ। ਪਰ ਸਰ ਹੁਣ ਜਿਹੜੀ ਕੁਝ ਉਦਯੋਗ ਖੁੱਲ੍ਹਣ ਦੀ ਗੱਲ ਹੋ ਰਹੀ ਹੈ, ਚਾਹੇ ਉਹ ਕੁਝ ਏਰੀਆਜ਼ ਦੇ ਵਿੱਚ ਹੋਣ ਜਿਹੜੇ ਜ਼ਿਆਦਾ ਜਿੱਥੇ ਅਸਰ ਨਹੀਂ ਹੈਗਾ, ਉਸ ਉਦਯੋਗ ਖੋਲ੍ਹਣ ਦੀ ਸਥਿਤੀ ਨੂੰ ਲੈ ਕੇ ਜਾਂ ਪ੍ਰੋਪਰ ਆਫਟਰ ਲਾਕਡਾਊਨ ਤੁਹਾਡੀ ਕੀ ਪਲੈਨਿੰਗ ਹੈਗੀ ਹੈ? ਕਿੱਥੇ ਖੜੇ ਹੋ ਤੁਸੀਂ ਇਸ ਸਮੇਂ? ਕੀ ਸਥਿਤੀ ਹੈਗੀ ਹੈ ਤੁਹਾਡੀ ਜਾਂ ਤੁਹਾਡੇ ਵਰਗੀ ਇੰਡਸਟਰੀ ਬਾਕੀ ਦੀ? ਦੇਖੋ, ਜਿਹੜੀ ਅਸੀਂ ਸਾਡੇ ਜਿਹੜੇ ਯੂਨਿਟ ਹੈਗੇ ਹੈ, ਸਾਡੇ ਯੂਨਿਟ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਸਾਰੀ ਜਗ੍ਹਾ ਹੈਗੇ ਹੈ। ਤੇ ਅਸੀਂ ਜੋ ਪਲੈਨਿੰਗ ਕਰ ਰਹੇ ਹਾਂ, ਪਹਿਲੇ ਤਾਂ ਇਹ ਟੋਟਲ ਵੈਲਿਊ ਚੇਨ ਖੁੱਲਣੀ ਚਾਹੀਦੀ ਹੈ। ਅੱਜ ਸਿਰਫ ਮਿਲ ਚੱਲ ਕੇ ਜਾਂ ਟਾਵਲ ਮਿਲ ਚੱਲ ਕੇ ਕੀ ਕਰੇਗੀ ਜਦੋਂ ਉਹਦਾ ਬੈਕ ਐਂਡ ਆਪਰੇਸ਼ਨ ਨਹੀਂ ਚੱਲ ਰਿਹਾ? ਇੱਕ ਮਿਲ ਚਲਾਉਣ ਵਾਸਤੇ ਜਿੱਦਾਂ ਅਸੀਂ ਨਵਾਂ ਸ਼ਹਿਰ ਸਾਡਾ ਜਿਹੜਾ ਯੂਨਿਟ ਹੈ ਰਾਹੋਂ, ਉੱਥੇ ਅਸੀਂ 22 ਮੈਗਾਵਾਟ ਪਾਵਰ ਵੀ ਆਪ ਜਨਰੇਟ ਕਰਦੇ ਹਾਂ। ਹੁਣ ਉਹ ਪਾਵਰ ਜਨਰੇਟ ਕਰਨ ਵਾਸਤੇ ਸਾਨੂੰ ਉੱਥੇ ਰਾਈਸ ਹਸਕ ਵੀ ਚਾਹੀਦੀ ਹੈ, ਉੱਥੇ ਪੈਕਿੰਗ ਮਟੀਰੀਅਲ ਵੀ ਚਾਹੀਦਾ, ਡਾਈਲ ਕੈਮੀਕਲ ਜਿਹੜੇ ਸਾਰੇ ਹੈ ਉਹ ਚਾਈਨਾ ਤੋਂ ਆਉਂਦੇ ਹੈ ਜਾਂ ਗੁਜਰਾਤ ਤੋਂ ਆਉਂਦੇ ਹੈ। ਜਦ ਤੱਕ ਟੋਟਲ ਵੈਲਿਊ ਚੇਨ ਕੰਪਲੀਟ ਨਹੀਂ ਹੁੰਦੀ, ਇੰਡਸਟਰੀ ਨਹੀਂ ਚੱਲ ਸਕਦੀ। ਨਹੀਂ ਚੱਲ ਸਕਦੀ। ਔਰ ਅਗਰ ਚੱਲਦੀ ਵੀ ਹੈ ਤੇ ਤੁਹਾਨੂੰ ਲੱਗਦਾ ਕਿ ਉਹਦੀ ਡਿਮਾਂਡ ਹੈਗੀ ਹੈ? ਕਿਤੇ ਡਿਮਾਂਡ ਦੀ ਵੀ ਕੋਈ ਸੰਭਾਵਨਾ ਨਜ਼ਰ ਤੇ ਆ ਨਹੀਂ ਰਹੀ ਫਿਲਹਾਲ। ਐਜ਼ ਆਫ ਨਾਓ ਅੱਜ ਦੀ ਡੇਟ ਦੇ ਵਿੱਚ ਤਾਂ ਕੋਈ ਡਿਮਾਂਡ ਨਹੀਂ ਹੈ, ਕੋਈ ਕਸਟਮਰ ਮਟੀਰੀਅਲ ਲੈਣ ਨੂੰ ਤਿਆਰ ਨਹੀਂ ਹੈ। ਪਰ ਦੂਜੇ ਪਾਸੇ ਆਪਾਂ ਇਹ ਵੀ ਦੇਖੀਏ ਨਾ, ਅੱਜ 25% ਜਾਂ 30% ਜੋ ਮਿਨਿਸਟਰੀ ਆਫ ਹੋਮ ਅਫੇਅਰ ਨੇ ਗਾਈਡਲਾਈਨ ਦਿੱਤੀ ਹੈ ਚਲਾ ਕੇ, ਵਾਇਬਿਲਿਟੀ ਵੀ ਕੀ ਹੈ ਇੰਡਸਟਰੀ ਦੀ? ਤੁਸੀਂ ਕਿੱਦਾਂ ਵਾਇਬਲ ਹੋ ਸਕਦੇ ਹੋ? ਇੱਕ ਪਾਵਰ ਪਲਾਂਟ ਹੈ ਜੋ ਉੱਥੇ 22 ਮੈਗਾਵਾਟ ਦਾ ਪਾਵਰ ਪਲਾਂਟ ਹੈ, ਇਹ ਤਾਂ ਹੈ ਨਹੀਂ ਅਸੀਂ ਉਹਨੂੰ 4 ਮੈਗਾਵਾਟ ਤੇ ਚਲਾ ਲਾਂਗੇ, ਪੂਰਾ 22 ਮੈਗਾਵਾਟ ਚੱਲੇਗਾ। ਤੇ ਜੇ ਅਸੀਂ ਪਾਵਰ ਕੰਜ਼ਿਊਮ ਕਰਾਂਗੇ 4 ਮੈਗਾਵਾਟ ਦੀ, ਤੇ ਮੇਰੀ ਪਾਵਰ ਕਾਸਟ ਹੋ ਜਾਏਗੀ 50 ਰੁਪਏ ਯੂਨਿਟ। ਤੁਸੀਂ ਸਰ ਜਿਹੜੀ ਵਾਈਬਿਲਿਟੀ ਦੀ ਗੱਲ ਕਰ ਰਹੇ ਹੋ, ਬੜੀ ਇੰਪੋਰਟੈਂਟ ਚੀਜ਼ ਹੈਗੀ ਹੈ ਇਹ ਵਾਲੀ। ਜਿਹੜੀਆਂ ਜਿਵੇਂ PhD ਚੈਂਬਰ ਆਫ ਕਮਰਸ ਹੈ, ਐਸੋਚੈਮ ਹੈ ਨਾ, ਇਹ ਫਿੱਕੀ ਹੈ। ਇਹ ਕਹਿ ਰਹੇ ਨੇ ਕਿ 15 ਤੋਂ 20 ਲੱਖ ਕਰੋੜ ਦਾ ਜਿਹੜਾ ਹੈਗਾ ਨੁਕਸਾਨ ਹੋਇਆ, ਇਹਦੇ ਬਿਹਾਫ ਤੇ ਕੰਪਨਸੇਸ਼ਨ ਦੀ ਵੀ ਉਹ ਗੱਲ ਕਰਦੇ ਨੇ। ਤੁਸੀਂ ਇਸ ਡਾਟਾ ਨਾਲ ਕਿੰਨੇ ਸਹਿਮਤ ਹੈਗੇ ਹੋ? ਕਿਆ ਇੰਨਾ ਨੁਕਸਾਨ ਹੈਗਾ 2 ਮਹੀਨੇ ਇੰਡਸਟਰੀ ਬੰਦ ਰਹਿਣ ਦੇ ਨਾਲ? ਦੇਖੋ, ਆਪਾਂ ਇਹਨੂੰ 2 ਮਹੀਨੇ ਹਜੇ ਨਾ ਗਿਣੀਏ। ਆਈ ਥਿੰਕ ਜਿਹੜਾ ਪਹਿਲਾ ਕੁਆਟਰ ਹੈ ਆਪਣਾ ਪੂਰਾ ਖਰਾਬ ਹੋ ਜਾਣਾ ਹੈ। ਆਪਾਂ ਨੂੰ ਬੈਲੈਂਸ ਆਊਟ ਕਰਦੇ ਕਰਦੇ ਇੰਡਸਟਰੀ ਅਗਲੇ 2 ਮਹੀਨੇ ਲੱਗ ਜਾਣੇ ਹੋਰ। ਸੋ ਆਈ ਥਿੰਕ ਅਗਰ ਤੁਸੀਂ 1/4 ਆਫ ਦਾ ਅਰਨਿੰਗ ਇੰਡਸਟਰੀ ਦੀ ਕੱਢ ਦੋ ਤੇ ਇਦਾਂ ਲੋ ਕਈ ਵੱਡੀ ਫਿਗਰ ਆਏਗੀ। ਇਸ ਤੋਂ ਵੱਡੀ ਫਿਗਰ ਆਏਗੀ। ਤੇ ਪੰਜਾਬ ਦੇ ਸੰਦਰਭ 'ਚ ਕਿਸ ਤਰ੍ਹਾਂ ਦੇਖਦੇ ਹੋ ਸਰ? ਪੰਜਾਬ ਦਾ ਜਿਹੜਾ ਰੈਵਨਿਊ ਹੈਗਾ ਇਹਦਾ ਇੰਡਸਟਰੀ ਦਾ, ਹੈ ਨਾ, ਉਹ ਕਰੀਬਨ 1.5 ਲੱਖ ਕਰੋੜ ਦਾ ਹੈਗਾ। ਤੇ ਪੰਜਾਬ ਦੇ ਵਿੱਚ ਫਿਰ ਤੁਸੀਂ ਕਿਵੇਂ ਦੇਖਦੇ ਹੋ? ਕਿੰਨਾ ਕੁ ਨੁਕਸਾਨ ਹੈਗਾ ਇੰਡਸਟਰੀ ਨੂੰ ਪੰਜਾਬ ਦੇ ਵਿੱਚ? ਜਾਂ ਸਰਕਾਰ ਤੋਂ ਕੀ ਐਕਸਪੈਕਟ ਕਰ ਰਹੀ ਹੈ ਇੰਡਸਟਰੀ ਜਾਂ ਤੁਹਾਡੇ ਵਰਗੇ ਇੰਡਸਟਰੀਲਿਸਟ ਵੱਡੇ? ਦੇਖੋ, ਕੀ ਇਹ ਕੋਈ ਵੀ ਇੰਡਸਟਰੀ ਜਦੋਂ ਚੱਲਦੀ ਹੈ ਨਾ, ਚਾਹੇ ਅਸੀਂ ਐਕਸਪੋਰਟ ਬੇਸਡ ਇੰਡਸਟਰੀ ਆ ਜਾਂ ਡੋਮੈਸਟਿਕ ਇੰਡਸਟਰੀ ਹੈ, ਜਿਹਦਾ ਸਾਡੇ ਕੋਲ ਤਕਰੀਬਨ 10,000 ਆਦਮੀ ਕੰਮ ਕਰਦਾ ਹੈ, ਤੇ ਉਹਨੂੰ ਅਸੀਂ ਜੋ ਵੀ ਵੇਜੇਸ ਜਾਂ ਜੋ ਖਰਚਦੇ ਉਹ ਕੁਝ ਪੋਰਸ਼ਨ ਤਾਂ ਆਪਣੀ ਵੇਜੇਸ ਦਾ ਲੋਕਲ ਸਟੇਟ ਦੇ ਵਿੱਚ ਖਰਚਦਾ ਹੀ ਹੈ ਨਾ। ਉਹ ਟੈਕਸ ਦੇ ਫਾਰਮਸ ਗਵਰਨਮੈਂਟ ਨੂੰ, ਚਾਹੇ ਉਹ ਫੂਡ ਪ੍ਰੋਡਕਟ ਖਰੀਦਦਾ ਹੈ, ਚਾਹੇ ਉਹ ਡੀਜ਼ਲ ਖਰੀਦਦਾ ਹੈ, ਚਾਹੇ ਉਹ ਟਰਾਂਸਪੋਰਟੇਸ਼ਨ ਵਰਤਦਾ ਹੈ, ਇੰਡਸਟਰੀ ਚੱਲਦੀ ਹੈ, ਚਾਹੇ GST ਪੇ ਕਰਦੀ ਹੈ। ਸੋ ਆਈ ਥਿੰਕ ਸਟੇਟ ਗਵਰਨਮੈਂਟ ਨੂੰ ਵੀ ਇਹਦੇ ਨਾਲ ਬੜਾ ਭਾਰੀ ਲਾਸ ਹੋਏਗਾ ਔਰ ਹੋਏਗਾ, ਕਿਉਂਕਿ ਇੰਡਸਟਰੀ ਆਉਣ ਵਾਲੇ ਹਜੇ ਆਈ ਥਿੰਕ 8-9 ਮਹੀਨੇ ਆਪਣੇ ਪੁਰਾਣੇ ਲੈਵਲ ਤੇ ਨਹੀਂ ਆ ਸਕਦੀ। ਤੇ ਜਿਹੜਾ ਇਹ ਹੈਗਾ ਕੇਂਦਰ ਦਾ ਜਾਂ ਸਟੇਟ ਗਵਰਨਮੈਂਟ ਦਾ ਪ੍ਰਸਤਾਵ ਹੈਗਾ ਕਿ ਇੱਕ ਜਿਹੜੀ ਕੁਝ ਉਦਯੋਗਾਂ ਨੂੰ ਦੁਬਾਰਾ ਖੋਲ੍ਹਣ ਦਾ, ਹੈ ਨਾ, ਜਿੱਥੇ ਕੋਈ ਸਥਿਤੀ ਉਹ ਮਾਕੂਲ ਹੈਗੀ ਹੈ, ਉਸ ਪ੍ਰਸਤਾਵ ਨੂੰ ਲੈ ਕੇ ਤੁਹਾਡਾ ਨਜ਼ਰੀਆ ਕੀ ਹੈਗਾ ਸਰ? ਕਿਆ ਸਥਿਤੀ ਤੁਹਾਡੇ ਨਜ਼ਰੀਏ ਤੋਂ, ਇੱਕ ਉਦਯੋਗਪਤੀ ਦਾ ਨਜ਼ਰੀਆ ਹੋਰ ਹੈ, ਸਰਕਾਰ ਦਾ ਦਾਅਵਾ ਨਜ਼ਰੀਆ ਹੋਰ ਹੁੰਦਾ, ਤੁਹਾਡੇ ਨਜ਼ਰੀਏ ਤੋਂ ਸਥਿਤੀ ਮਾਕੂਲ ਹੈਗੀ ਹੈ ਤੁਹਾਡੇ? ਨਹੀਂ, ਦੇਖੋ, ਅਸੀਂ ਹਜੇ ਇਸ ਪੋਜੀਸ਼ਨ 'ਚ ਨਹੀਂ ਆ ਵੀ ਠੀਕ ਹੈ, ਅਸੀਂ ਉਸ ਪੋਜੀਸ਼ਨ ਨਹੀਂ ਆਣਾ ਚਾਹੁੰਦੇ ਵੀ ਅੱਜ ਚਲਾ ਦਈਏ 20 ਦਿਨ ਬਾਅਦ ਫਿਰ ਕਾਲ ਲੈਣੀ ਬੰਦ ਕਰ ਦੋ ਵੀ ਕਸਟਮਰ ਬੋਲੇ ਨਾ। ਸੋ ਐਜ਼ SCL ਐਜ਼ ਆਰਗੇਨਾਈਜੇਸ਼ਨ ਅਸੀਂ ਅਜੇ ਇਹ ਲਿੱਤਾ ਵੀ ਅਸੀਂ 2-4 ਦਿਨ ਮਾਹੌਲ ਦੇਖਾਂਗੇ ਕਿ ਅਸੀਂ ਹਰ ਆਪਣੇ ਕਸਟਮਰ ਨਾਲ ਗੱਲ ਕਰ ਰਹੇ ਹਾਂ, ਹਰ ਸਪਲਾਇਰ ਨਾਲ ਗੱਲ ਕਰ ਰਹੇ ਹਾਂ, ਹਰ ਬਾਇਰ ਨਾਲ ਗੱਲ ਕਰ ਰਹੇ ਹਾਂ ਵੀ ਉਹ ਕੀ ਸਮਝਦਾ, ਕਦੋਂ ਤੱਕ ਉਹਦੇ ਆਪਰੇਸ਼ਨ ਚੱਲ ਜਾਣੇ ਆ, ਕਦੋਂ ਤੱਕ ਉਹ ਚਲਾਉਣ ਦੀ ਪਲੈਨਿੰਗ ਕਰ ਰਿਹਾ। ਹੁਣ ਜਿੱਦਾਂ ਮੈਂ ਮਹਾਰਾਸ਼ਟਰ ਦੀ ਗੱਲ ਕੀਤੀ, ਮਹਾਰਾਸ਼ਟਰ ਜਿਹੜਾ ਮੇਜਰ ਵੀਵਿੰਗ ਬੈਲਟ ਹੈ ਉਹ ਹਲੇ ਖੁੱਲ ਨਹੀਂ ਰਹੀ, ਉਹ ਰੈੱਡ ਜ਼ੋਨ ਹੈ, ਉਹ ਅਲਾਉ ਹੀ ਨਹੀਂ ਕੀਤੀ ਇਹਨਾਂ ਨੇ ਖੋਲਣ ਨੂੰ। ਜਦ ਤੱਕ ਮੇਜਰ ਮਾਰਕੀਟਸ ਨਹੀਂ ਖੋਲਣਗੀਆਂ ਤੇ ਤੁਸੀਂ ਬਣਾ ਕੇ ਅੰਦਰ ਰੱਖ ਕੇ ਵੀ ਕੀ ਕਰੋਗੇ?
ਟੈਕਸਟਾਈਲ ਇੰਡਸਟਰੀ ਦੇ ਵਿੱਚ ਵੀ ਲੇਬਰ ਦੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ, ਵੈਸੇ ਤੇ ਹਰ ਇੰਡਸਟਰੀ ਦੇ ਵਿੱਚ ਹੈਗੀ ਹੈ, ਪਰ ਟੈਕਸਟਾਈਲ ਦੇ ਵਿੱਚ ਬਹੁਤ ਗਰਾਊਂਡ ਲੈਵਲ ਤੇ ਬਹੁਤ ਛੋਟੇ ਛੋਟੇ ਕੰਮ ਹੈਗੇ ਆ। ਮੈਨੂੰ ਲੱਗਦਾ ਵੀ ਸ਼ਾਇਦ ਅਗਰ ਮੈਂ ਗਲਤ ਨਹੀਂ ਹਾਂ ਤੇ 8,000 ਦੇ ਕਰੀਬ ਤੇ ਲੋਕਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਹੋਇਆ। ਹਾਂ 10,000 ਬੰਦਾ ਸਾਡੇ ਕੋਲ। 10,000 ਹੋ ਗਿਆ। ਤੇ ਜਿਹੜਾ ਹੁਣ ਲੇਬਰ ਦੀ ਘਾਟ ਹੈਗੀ ਹੈ ਕਿਉਂਕਿ ਮਾਈਗ੍ਰੇਸ਼ਨ ਤੇ ਹੋ ਚੁੱਕੀ ਹੈ, ਉਹਨੂੰ ਲੈ ਕੇ ਕੀ ਪਲਾਨ ਹੈਗਾ? ਉਹ ਵੈਕਿਊਮ ਕਿਸ ਤਰ੍ਹਾਂ ਫੁੱਲ ਹੋਏਗਾ? ਦੇਖੋ ਲੇਬਰ ਦੀ ਬੜੀ ਭਾਰੀ ਸਮੱਸਿਆ ਆਉਣ ਵਾਲੇ ਟਾਈਮ 'ਚ। ਇੱਕ ਪਾਸੇ ਤਾਂ ਸਰਕਾਰ ਕਿਉਂਕਿ ਇੱਕ ਟੈਕਸਟਾਈਲ ਇੰਡਸਟਰੀ 'ਚ ਇੱਕ ਹੋਰ ਮਾਡਲ ਹੈ, ਸਾਡੇ ਹਰ ਯੂਨਿਟ ਦੇ ਵਿੱਚ ਤਕਰੀਬਨ 60% ਲੇਬਰ ਅੰਦਰ ਰਹਿੰਦੀ ਹੈ। ਔਰ ਦੂਸਰਾ ਅਸੀਂ ਬੜੀ ਭਾਰੀ ਡਿਪਲੋਇਮੈਂਟ ਕਰਦੇ ਹਾਂ ਫੀਮੇਲ ਵਰਕਰ ਦੀ। ਅਸੀਂ ਆਲੇ ਦੁਆਲੇ ਪਿੰਡਾਂ ਤੋਂ ਲੜਕੀਆਂ ਕਾਫੀ ਲੈ ਕੇ ਆਉਂਦੇ ਜਿਹੜੀਆਂ ਕਿ ਸਪਿਨਿੰਗ ਯੂਨਿਟਸ ਔਰ ਟਾਵਲ 'ਚ ਕੰਮ ਕਰਦੀਆਂ। ਪਲੱਸ ਪਲਾਂਟਸ ਦੇ ਵਿੱਚ ਵੀ ਅਸੀਂ ਅੰਦਰ ਗਰਲਜ਼ ਹੋਸਟਲ ਬਣਾਏ ਹੋਏ ਆ ਜਿਹੜੇ ਕਿ ਅੰਦਰ ਵੀ ਕਾਫੀ ਲੜਕੀਆਂ ਰਹਿੰਦੀਆਂ ਹੈ। ਲੇਕਿਨ ਉਹ ਹਰ ਵਰਕਰ ਇਸ ਵੇਲੇ ਜ਼ਿਆਦਾ ਯੂਪੀ, ਬਿਹਾਰ ਤੋਂ, ਪੰਜਾਬ ਤੋਂ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਉਹਨਾਂ ਨੂੰ ਵਾਪਸ ਲੈ ਕੇ ਜਾਣਗੇ। ਹਰ ਵਰਕਰ ਵਾਪਸ ਜਾਣ ਨੂੰ ਤਿਆਰ ਹੈ ਇੱਕ ਵਾਰੀ ਤਾਂ। ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਜੀ 25% ਇੰਡਸਟਰੀ ਚਲਾਓ, ਦੂਜੇ ਪਾਸੇ ਉਹ ਕਹਿ ਰਹੇ ਜੀ ਵਰਕਰ ਨੂੰ ਘਰ ਜਾਣ ਦਿਓ। ਤਾਂ ਮੇਰੀ ਸਮਝ ਤੋਂ ਬਾਹਰ ਹੈ ਵੀ ਇਸ ਵੇਲੇ ਤਾਂ ਇਹਨਾਂ ਨੂੰ ਰੋਕਣਾ ਚਾਹੀਦਾ ਵੀ ਮਾਈਗ੍ਰੇਸ਼ਨ ਵਰਕਰ ਦੀ ਨਾ ਹੋਏ, ਕਿਉਂਕਿ ਅਗਰ ਵਰਕਰ ਮਾਈਗ੍ਰੇਟ ਕਰ ਜਾਏਗਾ ਤਾਂ ਬਹੁਤ ਭਾਰੀ ਸਮੱਸਿਆ ਆਉਣ ਵਾਲੀ ਹੈ। ਪਰ ਤੁਹਾਨੂੰ ਲੱਗਦਾ ਕਿ ਸਰਕਾਰ ਲੈਵਲ ਤੇ ਫਿਰ ਇਹਦਾ ਮਤਲਬ ਤੁਹਾਨੂੰ ਲੱਗਦਾ ਕਿ ਕਲੈਰਿਟੀ ਨਹੀਂ ਹੈਗੀ? ਸਰਕਾਰ ਕਹਿ ਰਹੀ ਵੀ ਜਾਣ ਵੀ ਦਿਓ, ਰਸਤਾ ਵੀ ਖੋਲ ਦਿਓ, ਔਰ ਜੇ ਪ੍ਰਧਾਨ ਮੰਤਰੀ ਸੰਬੋਧਨ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਜਿਹੜੇ ਉਹਨਾਂ ਦੇ ਡੇਲੀ ਵੇਜਿਸ ਹੈਗੇ ਆ ਉਦਯੋਗਪਤੀ ਉਹਨਾਂ ਨੂੰ ਜ਼ਰੂਰ ਦੇਣ। ਦੇਖੋ ਪੰਜਾਬ 'ਚ ਇੱਕ ਬੜੀ ਭਾਰੀ ਸਮੱਸਿਆ ਹੈ। ਪੰਜਾਬੀ ਕੁਝ ਕੰਮ ਐਸੇ ਨੇ ਜਿਹੜਾ ਮਾਈਗ੍ਰੈਂਟ ਵਰਕਰ ਹੀ ਕਰਦਾ ਹੈ। ਪੰਜਾਬੀ ਲਈ ਕਹਾਵਤ ਹੈ, ਪੰਜਾਬੀ ਇਜ਼ ਅ ਬੋਰਨ ਐਂਟਰਪ੍ਰੇਨਿਓਰ। ਪੰਜਾਬੀ ਦਾ ਠੇਕੇਦਾਰੀ ਕਰਾ ਲਓ, ਉਹਦੇ ਕੋਲ ਥੱਲੇ 50 ਬੰਦੇ ਲਵਾ ਲਓ, ਉਦਾਂ ਦੇ ਕੰਮ ਕਰਕੇ ਖੁਸ਼ ਹੈ। ਸੋ ਇਹ ਬੜੀ ਭਾਰੀ ਸਮੱਸਿਆ ਹੋਣ ਵਾਲੀ ਹੈ ਲੇਬਰ ਦੀ। ਕਿਉਂਕਿ ਤੁਹਾਡੇ ਤੋਂ ਪਹਿਲਾਂ ਅਸੀਂ ਕਿਸੇ ਹੋਰ ਉਦਯੋਗਪਤੀ ਦੇ ਨਾਲ ਵੀ ਗੱਲ ਕਰ ਰਹੇ ਸੀਗੇ, ਉਹਨਾਂ ਦਾ ਵੀ ਇਹੀ ਵਿਊ ਸੀਗਾ ਕਿ ਕਈ ਵਾਰੀ ਕੋਈ ਛੋਟੇ ਕੰਮ ਹੁੰਦੇ ਆ, ਬਹੁਤ ਗਰਾਊਂਡ ਲੈਵਲ ਤੇ ਜ਼ਮੀਨ ਪੱਧਰ ਦੇ ਕੰਮ ਹੁੰਦੇ ਆ, ਪੰਜਾਬ ਦੇ ਲੋਕ ਸ਼ਾਇਦ ਕਈ ਵਾਰੀ ਉਹਨਾਂ ਨੂੰ ਕਰਕੇ ਰਾਜੀ ਨਹੀਂ ਹੁੰਦੇ, ਤੇ ਫਿਰ ਉਹਦਾ ਸਬਸਟੀਟਿਊਟ, ਉਹਦਾ ਬਦਲ ਕੀ ਹੈਗਾ? ਨਹੀਂ ਦੇਖੋ ਅਲਟੀਮੇਟਲੀ ਲੌਂਗ ਰਨ ਦੇ ਵਿੱਚ ਤਾਂ ਲੇਬਰ ਨੇ ਵਾਪਸ ਆਣਾ, ਕਿੱਥੇ ਜਾਣਾ ਇਹਨਾਂ ਨੇ। ਲੇਕਿਨ ਅਗਲੇ 6-8 ਮਹੀਨੇ ਤਾਂ ਭਾਰੀ ਪਰੇਸ਼ਾਨੀ ਹੋਣ ਵਾਲੀ। ਇੰਡਸਟਰੀ ਆਪਣੀ ਉਹ ਕਪੈਸਿਟੀ ਤੇ ਪਹੁੰਚਣ ਨੂੰ ਬਹੁਤ ਟਾਈਮ ਲੱਗੇਗਾ। ਇੱਕ ਤਾਂ ਲੇਬਰ ਦਾ ਇਸ਼ੂ ਹੈ, ਦੂਸਰਾ ਡਿਮਾਂਡ ਵੀ ਹੈ। ਡਿਮਾਂਡ ਵੀ ਹੋਣੀ ਚਾਹੀਦੀ ਹੈ ਤਾਂ ਹੀ ਇੰਡਸਟਰੀ ਉਸ ਕਪੈਸਿਟੀ ਤੇ ਆਏਗੀ। ਪਰ ਇਹਦੇ ਨਾਲ ਜਿਹੜਾ ਜੌਬ ਜਨਰੇਸ਼ਨ ਹੈਗਾ, ਜਦੋਂ ਲੇਬਰ ਨਿਕਲ ਜਾਂਦੀ ਇੱਥੋਂ ਬਾਹਰ ਦੀ ਆਈ ਹੋਈ, ਫਿਰ ਉਸ ਤੋਂ ਬਾਅਦ ਤੁਹਾਡੇ ਵਰਗੇ ਉਦਯੋਗਪਤੀ ਜਿਹੜੇ ਜੌਬ ਜਨਰੇਟ ਕਰਦੇ ਨੇ, ਉਹਨਾਂ ਦੀ ਗਾਂਹ ਸਥਿਤੀ ਕੀ ਲੱਗਦੀ ਹੈਗੀ ਹੈ? ਕਿਆ ਇਹਦੇ ਨਾਲ ਪੰਜਾਬੀਆਂ ਦੇ ਲਈ ਓਪਰਚੁਨਿਟੀਜ਼ ਪੈਦਾ ਹੋਣਗੀਆਂ ਜਾਂ ਲੇਬਰ ਕਾਸਟ ਵਧੇਗੀ ਤੁਹਾਡੇ ਨਜ਼ਰੀਏ ਨਾਲ? ਦੇਖੋ ਆਪਣੇ ਕੋਲ ਪੰਜਾਬ 'ਚ ਕਦੀ ਵੀ ਅਨਐਮਪਲੋਇਮੈਂਟ ਐਸੀ ਨਹੀਂ ਸੀਗੀ। ਆਪਾਂ ਜਿਸ ਕੈਟਾਗਰੀ ਦੇ ਵਰਕਰ ਦੀ ਆਪਾਂ ਨੂੰ ਜ਼ਰੂਰਤ ਸੀ ਉਹਦੀ ਕਦੀ ਵੀ ਪੰਜਾਬ 'ਚ ਐਸੀ ਅਨਐਮਪਲੋਇਮੈਂਟ ਵਾਲਾ ਕੰਮ ਨਹੀਂ ਸੀ। ਸੋ ਆਈ ਥਿੰਕ ਪੰਜਾਬੀ ਨੂੰ ਤਾਂ ਹਮੇਸ਼ਾ ਓਪਰਚੁਨਿਟੀ ਸੀਗੀ ਹੋ ਰਹੇਗੀ। ਬਲਕਿ ਜਿਹੜੇ ਕੁਛ ਸਪੈਸ਼ਲਾਈਜ਼ਡ ਵਰਕਰ ਹੈ ਜਿੱਦਾਂ ਵੀਵਿੰਗ ਦੇ, ਹੋਰ ਉਹ ਯੂਪੀ ਦੇ, ਬਿਹਾਰ ਦੇ ਮੁੰਡੇ ਜਿਹੜੇ ਉਹ ਕੰਮ ਕਰ ਸਕਦੇ ਆ। ਸੋ ਆਈ ਥਿੰਕ ਸਿਲਾਈ ਦਾ ਕੰਮ ਹੈ ਜਿੱਦਾਂ, ਜਾਂ ਹੋਰ ਕੰਮ ਹੈ, ਸੋ ਆਈ ਥਿੰਕ ਉਹ ਪੰਜਾਬੀ ਵਰਕਰ ਨੂੰ ਜ਼ਿਆਦਾ ਟ੍ਰੇਨ ਕਰਨਾ ਪਏਗਾ ਉਸ ਸਿਸਟਮ ਤੇ, ਤਾਂ ਚੱਲੇਗਾ ਕੰਮ। ਪਰ ਸਲੂਜਾ ਸਾਹਿਬ, ਤੁਸੀਂ ਜਿਹੜੀ ਪੂਰੀ ਇੰਡਸਟਰੀ ਨੂੰ ਵੀ ਦੇਖਦੇ ਹੋ, ਮਤਲਬ ਵੈਲ ਕਨੈਕਟਿਡ ਹੋ ਹਰ ਜਗ੍ਹਾ ਦੇ ਉੱਤੇ, ਤੁਹਾਡੀ ਨਜ਼ਰ ਦੇ ਵਿੱਚ ਜਿਹੜਾ ਉਦਯੋਗਿਕ ਨੁਕਸਾਨ ਹੈਗਾ, ਇੰਡਸਟਰੀ ਦਾ ਨੁਕਸਾਨ ਹੈਗਾ, ਹੈ ਨਾ, ਹਰ ਇੱਕ ਉਦਯੋਗਪਤੀ ਦੀ ਆਪਦੀ ਰਾਏ ਹੈਗੀ ਹੈ ਔਰ ਐਕਸਪਰਟ ਦੀ ਆਪਦੀ ਰਾਏ ਹੈਗੀ ਹੈ। ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਨੁਕਸਾਨ ਹੈਗਾ ਇਨ ਫਿਗਰਸ, ਜਾਂ ਉਦਯੋਗਪਤੀ ਕੀ ਸੋਚਦੇ ਨੇ, ਗਵਰਨਮੈਂਟ ਨੂੰ ਕਿੰਨੀ ਕੁ ਆਰਥਿਕ ਮਦਦ ਕਰਨੀ ਚਾਹੀਦੀ ਹੈਗੀ ਹੈ? ਕੁਛ ਅੰਦਾਜ਼ਾ, ਕੁਛ ਐਗਜ਼ਿਟ ਪਲਾਨ ਤੇ ਹੋਏਗਾ ਤੁਹਾਡੇ ਦਿਮਾਗ 'ਚ? ਦੇਖੋ ਗਵਰਨਮੈਂਟ ਨੂੰ ਮਦਦ ਵਾਲੀ ਗੱਲ ਹੈ ਵੀ ਆਈ ਥਿੰਕ ਗਵਰਨਮੈਂਟ ਨੂੰ ਕਾਫੀ ਪ੍ਰਪੋਜ਼ਲ ਦਿੱਤੀਆਂ ਜਾ ਚੁੱਕੀਆਂ ਐਸਓਚਐਮ ਵੱਲੋਂ, ਫਿੱਕੀ ਵੱਲੋਂ, ਸਿਟੀ ਵੱਲੋਂ, ਸਭ ਵੱਲੋਂ। ਆਈ ਥਿੰਕ ਸਰਕਾਰ ਕੁਝ ਵਰਕਿੰਗ ਕਰ ਵੀ ਰਹੀ ਹੈ ਐਮਐਸਐਮਈ ਲਈ। ਸੋ ਆਈ ਥਿੰਕ ਸਰਕਾਰ ਨੇ ਜਿਹੜਾ 3 ਮਹੀਨੇ ਦੀ ਡੈਫਰਮੈਂਟ ਦਿੱਤੀ ਹੈ ਔਨ ਇੰਟਰਸਟ ਰੀਪੇਮੈਂਟ, ਇਹਨਾਂ ਨੂੰ ਵਧਾ ਕੇ ਅੱਗੇ ਹੋਰ 6-8 ਮਹੀਨੇ ਕਰਨਾ ਚਾਹੀਦਾ ਹੈ, ਕਿਉਂਕਿ 3 ਮਹੀਨੇ ਤਾਂ ਨਿਕਲ ਹੀ ਗਏ ਹੈ। ਪਲੱਸ ਜਿਹੜੀ ਇੰਡਸਟਰੀ ਨੂੰ ਹੈ ਵੇਜਸ ਅਪ੍ਰੈਲ ਮਈ ਦੀ ਕਾਸਟ ਆਏਗੀ। ਪਲੱਸ ਕੁਝ ਸਟੇਟਸ ਨੇ ਹਜੇ ਤੱਕ, ਜਿੱਦਾਂ ਮੱਧ ਪ੍ਰਦੇਸ਼ ਨੇ ਪਾਵਰ ਦਾ ਮਿਨੀਮਮ ਬਿੱਲ ਵੇਵ ਨਹੀਂ ਕੀਤਾ। ਅਗਰ ਅੱਜ ਇੰਡਸਟਰੀ ਅਸੀਂ 25% ਤੇ ਚਲਾ ਰਹੇ ਹਾਂ, ਲੇਕਿਨ ਮਿਨੀਮਮ ਬਿੱਲ ਜਿੱਦਾਂ ਪਹਿਲੇ ਆਉਂਦਾ ਸੀ ਉਦਾਂ ਹੀ ਆ ਰਿਹਾ। ਸੋ ਆਈ ਥਿੰਕ ਹਰ ਸਟੇਟ ਔਰ ਸੈਂਟਰ ਦੇ ਵੀ ਕੋਈ ਸਿੰਕਰੋਨਾਈਜੇਸ਼ਨ ਨਹੀਂ ਹੈ। ਸੈਂਟਰ ਸ਼ੁੱਡ ਕਮ ਅਪ ਵਿਦ ਅ ਯੂਨੀਫਾਰਮ ਪਾਲਿਸੀ। ਪਰ ਜਿਹੜੇ ਇੰਡਸਟਰੀ ਦੇ ਜਿਹਨੂੰ ਲੋਅਰ ਕਨੈਕਸ਼ਨਸ ਦੇ ਬਿੱਲ ਹੁੰਦੇ ਨੇ, ਉਹ ਵੀ ਇੱਕ ਬੜੀ ਵੱਡੀ ਖਪਤ ਹੁੰਦੀ ਹੈ
ਹੈ ਨਾ, ਕਿਉਂਕਿ ਇੰਡਸਟਰੀ ਨੇ ਉਦਯੋਗ ਚੱਲ ਰਿਹਾ ਨਹੀਂ ਚੱਲ ਰਿਹਾ, ਪਰ ਇੱਕ ਕੀਮਤ ਹੈਗੀ ਹੈ ਜਿਹਦੀ ਤੁਸੀਂ ਪੇਮੈਂਟ ਕਰਨੀ ਆ ਬਿਜਲੀ ਦੀ, ਉਹਨੂੰ ਲੈ ਕੇ ਸਥਿਤੀ ਕੀ ਹੈਗੀ ਹੈ ਲੋਅਰ ਕਨੈਕਸ਼ਨਸ ਦੀ? ਦੇਖੋ ਪੰਜਾਬ ਨੇ, ਹਰਿਆਣਾ ਨੇ, ਰਾਜਸਥਾਨ ਨੇ ਤਾਂ ਉਹ ਮਿਨੀਮਮ ਬਿੱਲ ਵਾਲੀ ਚੀਜ਼ ਵੇਵ ਕਰਤੀ ਹੈ। ਉਹਨਾਂ ਨੇ ਕਿਹਾ ਜਿੰਨੀ ਐਕਚੁਅਲ ਕੰਜ਼ੰਪਸ਼ਨ ਹੋਏਗੀ ਉਹਨਾਂ ਬਿੱਲ ਆਏਗਾ। ਲੇਕਿਨ ਜਿੱਦਾਂ ਮੱਧ ਪ੍ਰਦੇਸ਼ ਨੇ ਨਹੀਂ ਕੀਤਾ। ਮੱਧ ਪ੍ਰਦੇਸ਼ ਹਜੇ ਵੀ ਉਹੀ ਐਵਰੇਜ ਜਿੱਦਾਂ ਪਹਿਲੇ ਆਉਂਦੀ ਸੀ ਜਾਂ ਜੋ ਮਿਨੀਮਮ ਬਿੱਲ ਹੈ ਉਹ ਰੇਜ਼ ਕਰ ਰਿਹਾ। ਦੂਸਰਾ ਸਰ, ਜਿਹੜੇ ਬੈਂਕ ਲੋਨਸ ਹੈਗੇ ਨੇ, ਬੈਂਕ ਲੋਨਸ ਨੂੰ ਲੈ ਕੇ ਵੀ ਬੜਾ ਚੱਲ ਰਿਹਾ ਕਿ ਜਿੰਨਾ ਇੰਟਰਸਟ ਤੁਹਾਨੂੰ ਪੈਂਦਾ ਵਾ 10 ਤੋਂ 12% 13% ਦੇ ਕਰੀਬ ਹੈਗਾ, ਉਹਦੀ ਸੈਟਲਮੈਂਟ ਨੂੰ ਲੈ ਕੇ ਕੋਈ ਪਲਾਨ ਤਿਆਰ ਕੀਤਾ ਤੁਸੀਂ ਕਿ ਉਹ, ਕਿਉਂਕਿ ਉਦਯੋਗ ਵੀ ਜ਼ਿਆਦਾਤਰ ਬੈਂਕ ਲੋਨ ਦੇ ਉੱਤੇ ਖੜੇ ਹੁੰਦੇ ਕਾਫੀ ਹੱਦ ਤੱਕ, ਜਾਂ ਛੋਟੇ ਉਦਯੋਗ ਵੀ? ਆਈ ਥਿੰਕ ਹੁਣ ਜਿੱਦਾਂ ਮਾਰਕੀਟ ਖੁੱਲੇਗੀ ਉਹਦੀ ਵਰਕਿੰਗ ਚੱਲੇਗੀ, ਔਰ ਪਲੱਸ ਸਾਰੀ ਇੰਡਸਟਰੀ ਸਰਕਾਰ ਦੇ ਪੈਕੇਜ ਦੀ ਵੇਟ ਕਰ ਰਹੀ ਹੈ। ਆਈ ਥਿੰਕ ਸਰਕਾਰ ਇਸ ਹਫਤੇ ਕੁਝ ਨਾ ਕੁਝ ਅਨਾਉਂਸ ਕਰੇਗੀ, ਫਿਰ ਉਸ ਤੋਂ ਬਾਅਦ ਇੱਥੇ ਕੰਕਰੀਟ ਕੀਤਾ ਜਾਏਗਾ ਡਿਸਕਸ਼ਨ। ਪਰ ਜਿਹੜੇ ਵੇਜਿਸ ਦੇਣੇ ਨੇ EMPLOYEES ਨੂੰ, ਵਰਕਰਸ ਨੂੰ, ਲੇਬਰ ਨੂੰ, ਉਹਨੂੰ ਕਿਸ ਤਰ੍ਹਾਂ ਦੇ ਨਾਲ ਮੈਨੇਜ ਕਰ ਰਹੇ ਹੋ? ਦਿੱਤੇ ਜਾ ਰਹੇ ਨੇ? ਉਹ ਕਿਸ ਤਰ੍ਹਾਂ ਮੈਨੇਜ ਹੋ ਰਹੇ ਨੇ? ਕਿਉਂਕਿ ਬੈਂਕ ਵੀ ਬੰਦ ਪਏ ਨੇ ਕਈ ਜਗ੍ਹਾ ਦੇ ਉੱਤੇ, ਫਿਰ ਉਹ ਚੱਲ ਕਿਸ ਤਰ੍ਹਾਂ ਰਿਹਾ ਉਹ ਪ੍ਰੋਸੈਸ? ਦੇਖੋ ਸਾਡੇ ਜਿੰਨੇ EMPLOYEES ਹੈ ਸਾਰਿਆਂ ਦੇ ਕੋਲ ਬੈਂਕ ਅਕਾਊਂਟ ਹੈ, ਔਰ ਅਸੀਂ ਕੋਈ ਕੈਸ਼ ਡਿਸਟ੍ਰੀਬਿਊਸ਼ਨ ਨਹੀਂ ਕਰਦੇ ਹਾਂ। ਜਿੱਦਾਂ ਮਾਰਚ ਦੀ ਵੇਜਸ ਸੈਲਰੀਜ਼ ਤਾਂ ਅਸੀਂ ਸਭ ਦੇ ਬੈਂਕ ਅਕਾਊਂਟ 'ਚ ਹੀ ਪਾਈ ਹੈ। ਪਲੱਸ ਜਿੰਨੇ ਸਾਡੇ ਕੋਲ ਵਰਕਰ ਅੰਦਰ ਜਿਹੜੀ ਲੋਕੇਸ਼ਨ ਤੇ ਰਹਿ ਰਹੇ ਹੈ ਉਹਨਾਂ ਦਾ ਪੂਰਾ ਖਾਣਾ ਪੀਣਾ ਰਹਿਣਾ ਸਾਰੇ ਦਾ ਖਿਆਲ ਅਸੀਂ ਰੱਖ ਰਹੇ ਹਾਂ। ਸੋ ਬਾਕੀ April ਦੀਆਂ ਵੇਜਸ ਔਰ ਸੈਲਰੀ ਤੇ ਹਜੇ ਐਜ਼ ਅ ਕੰਪਨੀ ਅਸੀਂ ਕੋਈ ਡਿਸੀਜਨ ਨਹੀਂ ਲਿੱਤਾ ਕੀ ਹੋਏਗਾ, ਉਹਨੂੰ ਕਿੱਦਾਂ ਅਸੀਂ ਹੈਂਡਲ ਕਰਾਂਗੇ, ਕਿਉਂਕਿ ਇਹ ਮਾਹੌਲ ਐਸਾ ਹੋ ਰੱਖਿਆ, ਨਾ ਤਾਂ ਕੋਈ ਕਸਟਮਰ ਪੇਮੈਂਟ ਕਰ ਰਿਹਾ ਹੈ, ਨਾ ਕੋਈ ਸ਼ਿਪਮੈਂਟ ਜਾ ਰਹੀ ਹੈ, ਨਾ ਕੋਈ ਬਿੱਲ ਨੈਗੋਸ਼ੀਏਟ ਹੋ ਰਹੇ ਹੈ। ਸੋ ਜਿੱਦਾਂ ਬਾਜ਼ਾਰ ਖੁੱਲਦਾ ਉਹਦਾ ਡਿਸੀਜਨ ਲਵਾਂਗੇ ਕਿੱਦਾਂ ਕਰਨਾ ਹੈ। ਪਰ ਇਸ ਚੀਜ਼ ਨੂੰ ਲੈ ਕੇ, ਲੇਬਰ ਨੂੰ ਲੈ ਕੇ ਕੁਝ ਐਕਸਪਰਟ ਵਿਊ ਹੈਗੇ ਆ, ਨੈਸ਼ਨਲ ਪੱਧਰ ਤੇ ਵੀ, ਕੌਮੀ ਪੱਧਰ ਤੇ ਵੀ ਕਈ ਐਕਸਪਰਟ ਕਹਿੰਦੇ ਨੇ ਕਿ ਲੱਖਾਂ ਕਰੋੜ ਰੁਪਇਆ ਹੁੰਦਾ ਲੇਬਰ ਦਾ ਉਹਨਾਂ ਦੇ ESI ਅਕਾਊਂਟਸ ਦੇ ਵਿੱਚ, ਉਹਨਾਂ ਦੇ PF ਅਕਾਊਂਟਸ ਦੇ ਵਿੱਚ, ਜਿਹੜਾ ਕਦੇ ਇਸਤੇਮਾਲ ਨਹੀਂ ਹੁੰਦਾ, ਕਿਉਂਕਿ ਕਈ ਵਾਰੀ ਲੋਕ ਉਹਨਾਂ ਨੂੰ ਕਢਾ ਹੀ ਨਹੀਂ ਪਾਉਂਦੇ, ਲੇਬਰ ਨੂੰ ਪਤਾ ਹੀ ਨਹੀਂ ਹੁੰਦਾ ਉਹਨੂੰ ਲੈਣਾ ਕਿਸ ਤਰ੍ਹਾਂ ਦੇ ਨਾਲ ਹੈ। ਮੇਬੀ ਸ਼ਾਇਦ ਮੈਂ ਗਲਤ ਨਾ ਹੋਵਾਂ ਤੇ 15 ਲੱਖ ਕਰੋੜ ਦਾ ਜ਼ਿਕਰ ਆਉਂਦਾ ਕਈ ਵਾਰੀ, ਔਰ ਫਿਰ ਸ਼ਾਇਦ ਫਿਗਰ ਹੋਰ ਵੀ ਹੋ ਸਕਦੀ। ਉਹ PF ਦਾ ਪੈਸਾ, ਉਹ ESI ਦਾ ਪੈਸਾ ਲੇਬਰ ਦਾ ਕਿਆ ਇਸਤੇਮਾਲ ਕੀਤਾ ਜਾ ਸਕਦਾ ਇਸ ਕ੍ਰਾਈਸਿਸ ਦੇ ਵਿੱਚ? ਤੁਹਾਡੀ ਕੀ ਰਾਏ ਹੈਗੀ ਇਸ ਤੇ? ਦੇਖੋ ਸਰਕਾਰ ਨੇ ਉਹਦੇ 'ਚ ਇੱਕ ਪਾਲਿਸੀ ਦਿੱਤੀ ਹੈ ਵੀ ਤੁਸੀਂ ਹਰ ਵਰਕਰ ਦਾ 3 ਮਹੀਨੇ ਦੀ ਜਿੰਨੀ ਉਹਦੀ ESI ਜਿੰਨਾ PF ਜਮ੍ਹਾਂ ਕਰਾ ਰਹੇ ਹੋ ਉਹਦਾ ਤੁਸੀਂ ਲੋਨ ਲੈ ਕੇ ਉਹਨੂੰ ਪੇਮੈਂਟ ਕਰਾ ਸਕਦੇ ਹੋ। ਵੀ ਐਜ਼ ਅ ਕੰਪਨੀ ਤੁਸੀਂ ਲੋਨ ਲੈ ਸਕਦੇ ਹੋ। ਉਹਦੇ ਤੇ ਉਹਨਾਂ ਨੇ 6 ਮਹੀਨੇ ਦਾ ਇੰਟਰਸਟ ਵੇਵਰ ਵੀ ਦਿੱਤਾ, 6 ਮਹੀਨੇ ਤੋਂ ਬਾਅਦ ਵਿਆਜ ਲੱਗੇਗਾ ਉੱਤੇ। ਲੇਕਿਨ ਆਈ ਥਿੰਕ ਅੱਜ ਉਹਦੇ ਤੇ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਵੀ ਵਰਕਰ ਨੂੰ ਘਰ ਜਾਣ ਦਿਓ, ਦੂਜੇ ਪਾਸੇ ਆਪਾਂ ਕਹਿੰਦੇ ਹਾਂ ਜੀ ਵੀ ਉਹਨਾਂ ਨੂੰ ਵੇਚਣ ਦਿਓ। ਸੋ ਆਈ ਥਿੰਕ ਇਹਦੇ 'ਚ ਕਲੈਰਿਟੀ ਨਹੀਂ ਹੈ। ਇਹ ਆਪਣੇ ਆਪ ਨੂੰ ਕੰਟਰਡਿਕਟ ਕਰਦੇ ਜੀ, ਜਾਂ ਤਾਂ ਵਰਕਰ ਇੱਥੇ ਰਵੇ ਤੇ ਜਿਹੜਾ ਇੰਟਰਪ੍ਰੀਨਿਓਰ ਹੈ ਉਹਦਾ ਡਿਸੀਜਨ ਉਸ ਹਿਸਾਬ ਨਾਲ ਲਵੇ। ਅਗਰ ਵਰਕਰ ਨੇ ਪਿੰਡ ਹੀ ਚਲੇ ਜਾਣਾ ਫਿਰ ਤਾਂ ਲੜਾਈ ਸਿਰਫ April ਦੀ ਵੇਜਣ ਦੀ ਹੈ ਨਾ, ਫਿਰ ਹੋਰ ਤਾਂ ਕੋਈ ਨਹੀਂ। ਫਿਰ ਤੁਸੀਂ ਸਮਝ ਕੀ ਰਹੇ ਹੋ ਇਸ ਚੀਜ਼ ਨੂੰ? ਇਹ ਸਿਰਫ ਅਨਾਉਂਸਮੈਂਟ ਹੈਗੀ ਹੈ ਕਿ ਪੋਲੀਟੀਕਲ ਅਨਾਉਂਸਮੈਂਟ ਹੈ, ਜਾਂ ਇਹ ਇੰਡਸਟਰੀਅਲਿਸਟ ਦੀ ਹਕੀਕਤ ਦੇ ਨੇੜੇ ਨਹੀਂ ਜਾ ਰਹੀ ਸਰਕਾਰ? ਦੇਖੋ ਪੰਜਾਬ ਇੱਕ ਐਸਾ ਸਟੇਟ ਹੈ, ਪੰਜਾਬ ਨੇ ਅਨਾਉਂਸ ਨਹੀਂ ਕੀਤਾ ਸੀਗਾ ਪਹਿਲੇ ਵੀ ਵਰਕਰ ਕੋਈ ਜਾਏਗਾ, ਔਰ ਹਜੇ ਤੱਕ ਪੰਜਾਬ ਚੋਂ ਮਾਈਗ੍ਰੇਸ਼ਨ ਮਿਨੀਮਮ ਸੀਗੀ। ਅਗਰ ਆਪਾਂ 4-5 ਦਿਨ ਪਹਿਲੇ ਤੱਕ ਗੱਲ ਕਰੀਏ, ਪੰਜਾਬ ਨੇ ਕੋਈ ਵਰਕਰ ਬਾਹਰ ਜਾਣ ਨਹੀਂ ਦਿੱਤਾ ਸੀ। ਲੇਕਿਨ ਜਦ ਦਾ UP, ਬਿਹਾਰ, ਰਾਜਸਥਾਨ ਸਭ ਨੇ ਅਨਾਉਂਸ ਕੀਤਾ ਹੈ, ਜਿਹੜੇ ਵਰਕਰ ਹੈ ਉਹ ਵੈਸੇ ਸੜਕਾਂ ਤੇ ਆ ਗਏ। ਹੁਣ ਵੀ ਮੈਂ ਰਸਤੇ ਸੀਗਾ ਤੇ GT ਰੋਡ ਤੇ ਆਈ ਥਿੰਕ ਹਜ਼ਾਰਾਂ ਦੀ ਤਾਦਾਦ 'ਚ ਵਰਕਰ ਪੈਦਲ ਤੁਰ ਰਹੇ, ਜਿਹੜਾ ਹਾਈਵੇ ਤੇ ਜਾ ਰਿਹਾ। ਸੋ ਮੈਂ ਸਮਝਦਾ ਇੱਕ ਵਾਰੀ ਤਾਂ ਇਹਨਾਂ ਨੇ ਜਾਣਾ ਹੀ ਹੈ ਪਿੰਡ, ਇਹਨਾਂ ਨੂੰ ਜਾਣ ਦੇਣਾ ਚਾਹੀਦਾ। ਸਰ, ਜਿਹੜਾ ਦੂਸਰਾ ਇੰਡਸਟਰੀ ਐਡਵਾਂਸ ਟੈਕਸ ਹੁੰਦਾ, ਜਿਹੜਾ GST ਦਾ ਜਾਂ ਉਹਦਾ ਪੈਸਾ ਰਿਫੰਡ ਹੋ ਰਿਹਾ, ਕੁਝ ਹੋ ਰਿਹਾ, ਹਾਲਾਂਕਿ ਉਹਦੀ ਅਮਾਊਂਟ 5 ਲੱਖ ਤੱਕ ਦੀ ਹੈਗੀ ਹੈ, ਉਹਨੂੰ ਕਿੰਨਾ ਕੁ ਬੈਨੀਫੀਸ਼ੀਅਲ ਸਮਝ ਰਹੇ ਹੋ ਤੁਸੀਂ? ਕਿ ਉਹ ਕੁਝ ਲੋਕਾਂ ਦਾ ਇਸ ਨੂੰ ਲੈ ਕੇ ਅਲੱਗ-ਅਲੱਗ ਵਿਊ ਹੈਗਾ। ਕੁਝ ਕਹਿੰਦੇ ਸਿਰਫ ਊਂਠ ਦੇ ਮੂੰਹ 'ਚ ਜੀਰੇ ਵਰਗਾ ਹੈਗਾ, ਕੁਝ ਕਹਿੰਦੇ ਚਲੋ ਸਾਨੂੰ ਥੋੜੀ ਬਹੁਤ ਮਦਦ ਤੇ ਮਿਲੀ। ਤੁਹਾਡਾ ਕੀ ਨਜ਼ਰੀਆ ਹੈਗਾ? ਦੇਖੋ ਅਸੀਂ ਤਾਂ ਵੀ ਉਸ ਕੈਟਾਗਰੀ ਜਾਂਦੇ ਨਹੀਂ 5 ਲੱਖ ਵਾਲੇ, ਲੇਕਿਨ ਆਬਵੀਅਸਲੀ ਜਿਹੜਾ ਛੋਟੀ ਇੰਡਸਟਰੀ ਹੈ ਉਹਨੂੰ ਉਹਦਾ ਜ਼ਰੂਰ ਬੈਨੀਫਿਟ ਹੋਇਆ ਹੋਏਗਾ। ਅਗਰ ਉਹਦਾ ਕੈਸ਼ ਫਲੋ ਇੰਪਰੂਵ ਹੁੰਦਾ, ਉਹਨੂੰ ਰਿਫੰਡ ਦੇ ਰਹੇ ਤੇ ਉਹਦਾ ਤਾਂ ਬੈਨੀਫਿਟ ਹੋਇਆ ਹੀ ਹੋਏਗਾ ਜ਼ਰੂਰ। ਤੁਸੀਂ ਕਿਸ ਤਰ੍ਹਾਂ ਦੇ? ਬਿਲਕੁਲ ਹਾਂ, ਮੈਨੂੰ ਪਤਾ ਤੁਸੀਂ ਉਸ ਕੈਟਾਗਰੀ 'ਚ ਨਹੀਂ ਆਉਂਦੇ, ਪਰ ਕਿਉਂਕਿ ਛੋਟੇ ਉਦਯੋਗ ਵੀ ਵੱਡੇ ਉਦਯੋਗਾਂ ਦੇ ਨਾਲ ਜੁੜੇ ਹੁੰਦੇ ਨੇ, ਬਹੁਤ ਸਾਰੀ ਨਿਰਭਰਤਾ ਹੁੰਦੀ ਹੈ ਉਹਨਾਂ ਦੇ ਉੱਤੇ। ਇੱਕ ਹੋਰ ਚੀਜ਼ ਮੈਂ ਜਾਣਨਾ ਚਾਹਾਂਗਾ, ਇੱਕ ਇਹਨਾਂ ਦਿਨਾਂ ਦੇ ਵਿੱਚ ਇੱਕ ਸਾਈਕੋਲੋਜੀਕਲ ਇਫੈਕਟ ਬੜਾ ਨਿਕਲ ਕੇ ਆਇਆ, ਜਿਹੜੀ ਬੇਭਰੋਸਗੀ ਹੈਗੀ ਆ ਪੈਸੇ ਦਾ ਲੈਣ ਦੇਣ ਨੂੰ ਲੈ ਕੇ, ਕਿ ਗਾਂ ਕੱਲ ਨੂੰ ਕੀ ਬਣੇਗਾ ਕੋਈ ਨਹੀਂ ਜਾਣ ਰਿਹਾ। ਉਹਨੂੰ ਲੈ ਕੇ ਤੁਹਾਡੀ ਰਾਏ ਕੀ ਹੈਗੀ ਹੈ? ਇੱਕ ਵੱਖਰੇ ਕਿਸਮ ਦਾ ਜਿਹੜਾ
ਕ੍ਰਾਈਸਿਸ ਹੈ, ਬਿਹਾਈਂਡ ਦਾ ਕਰਟਨ ਹੈਗਾ, ਦਿਖ ਨਹੀਂ ਰਿਹਾ ਕਿਤੇ ਵੀ, ਪਰ ਉਹ ਹੈਗਾ, ਐਗਜ਼ਿਸਟ ਕਰ ਰਿਹਾ। ਦੇਖੋ ਕੀ ਹੈ, ਮੈਂ ਸਮਝਦਾ ਹਜੇ ਜਿੰਨੀ ਦੇਰ ਆਪਾਂ ਲਾਕਡਾਊਨ 'ਚ ਰਹੇ ਹਾਂ, ਆਪਣੀ ਪਰੇਸ਼ਾਨੀ ਸੀਗੀ 20%, ਆਪਣੀ 80% ਪਰੇਸ਼ਾਨੀ ਹੁਣ ਲਾਕਡਾਊਨ ਖੁੱਲ ਕੇ ਸ਼ੁਰੂ ਹੋਣੀ ਹੈ। ਜਦੋਂ ਆਪਾਂ ਸਾਰਾ ਕੁਝ ਗਰਾਊਂਡ ਤੇ ਹੈਂਡਲ ਕਰਨਾ ਹੈ, ਜਿਹੜੀ ਚੀਜ਼ ਤੁਸੀਂ ਕਹੀ ਹੈ ਬੇਵਿਸ਼ਵਾਸੀ ਹੈ ਸਪਲਾਇਰ ਵੱਲੋਂ, ਬਾਇਰ ਵੱਲੋਂ, ਇਹ ਸਾਰੀਆਂ ਪਰੇਸ਼ਾਨੀਆਂ ਫਿਜ਼ੀਕਲੀ ਹੁਣ ਆਪਾਂ ਫੇਸ ਕਰਾਂਗੇ। ਕਿਸ ਤਰ੍ਹਾਂ ਦੀਆਂ ਨੇ ਸਰ, ਅਗਰ ਜੇ ਤੁਸੀਂ ਥੋੜਾ ਵਿਸਤਾਰ 'ਚ ਦੱਸ ਸਕੋ, ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਤੁਹਾਨੂੰ ਲੱਗਦਾ ਹੈ? ਦੇਖੋ ਇਹਦੇ 'ਚ ਹਰ ਚੀਜ਼ ਹੈ, ਸਪਲਾਈ ਚੇਨ ਹੈ। ਅੱਜ ਹਰ ਆਦਮੀ ਨੂੰ ਇਸ ਜਿੱਦਾਂ ਸਮਝ ਨਹੀਂ ਆ ਰਿਹਾ ਵੀ ਇਹ ਕਿੰਨੀ ਦੇਰ ਚੱਲੇਗਾ। ਆਪਾਂ ਕਹਿੰਦੇ ਹੋ ਸਕਦਾ ਹੈ ਪੀਕ ਜੁਲਾਈ 'ਚ ਕਰੇ ਜਾਂ ਸਤੰਬਰ 'ਚ ਕਰੇ ਜਾਂ ਅਕਤੂਬਰ 'ਚ ਕਰੇ। ਸੋ ਜਿਹੜੇ ਆਦਮੀ ਕੋਲ ਜਿੰਨਾ ਸਰਮਾਇਆ ਹੈ ਉਹ ਸੰਭਾਲ ਕੇ ਰੱਖਣਾ ਚਾਹੁੰਦਾ ਹੈ, ਉਹ ਆਪਣੇ ਕੋਲ ਐਜ਼ ਅ ਰਿਜ਼ਰਵ ਰੱਖਣਾ ਚਾਹੁੰਦਾ ਹੈ। ਸੋ ਪਲੱਸ ਜਿਹੜੇ ਜਿੱਦਾਂ ਬੜੇ ਬਿਜ਼ਨਸ ਹਾਊਸਿਸ ਹੈ ਉਹਨਾਂ ਦੀਆਂ ਪੇਮੈਂਟਾਂ ਅੱਗੇ ਯੂਰਪ ਅਮਰੀਕਾ ਹੀ ਰੁਕੀਆਂ ਹੋਈਆਂ, ਉਹ ਪਿੱਛੇ ਸਪਲਾਇਰ ਦੀਆਂ ਪੇਮੈਂਟਾਂ ਬੜੇ ਮੈਨੂਫੈਕਚਰਰਸ ਕੋਲ ਰੁਕੀਆਂ ਹੋਈਆਂ। ਸੋ ਇੱਕ ਰਿਪਲਿੰਗ ਇਫੈਕਟ ਹੈ। ਸੋ ਇਹ ਬੇਵਿਸ਼ਵਾਸੀ ਦਾ ਆਣਾ ਬੜਾ, ਆਈ ਥਿੰਕ ਮੈਨੂੰ ਬਹੁਤ ਲੱਗ ਰਿਹਾ ਬੇਵਿਸ਼ਵਾਸੀ ਵਾਲਾ ਫੈਕਟਰ ਬੜੀ ਭਾਰੀ ਤਰੀਕੇ ਨਾਲ ਆਏਗਾ। ਸਰ ਜੌਬ ਜਨਰੇਸ਼ਨ ਨੂੰ ਲੈ ਕੇ ਤੁਹਾਡੀ ਕੀ ਰਾਏ ਹੈਗੀ ਆ ਆਫਟਰ ਲਾਕਡਾਊਨ? ਕਿਉਂਕਿ ਤੁਸੀਂ ਲੋਕ ਰੋਜ਼ਗਾਰ ਦਿੰਦੇ ਹੋ ਬਹੁਤ ਜ਼ਿਆਦਾ ਲੋਕਾਂ ਨੂੰ, ਹੈ ਨਾ, ਛੋਟੇ ਛੋਟੇ ਪਰਿਵਾਰ ਨਿਰਭਰ ਹੁੰਦੇ ਨੇ ਇੰਡਸਟਰੀ ਦੇ ਉੱਤੇ। ਤੁਹਾਡਾ ਕੀ ਨਜ਼ਰੀਆ ਹੈਗਾ ਸਰ ਆਫਟਰ ਲਾਕਡਾਊਨ, ਇਹਦੇ ਪੋਸਟ ਇਫੈਕਟ ਕੀ ਹੈਗੇ ਜੌਬ ਜਨਰੇਸ਼ਨ ਦੇ ਉੱਪਰ? ਦੇਖੋ ਜੌਬ ਜਨਰੇਸ਼ਨ ਤਾਂ ਬੜੀ ਦੂਰ ਦੀ ਗੱਲ ਹੋ ਗਈ। ਜਿੰਨੇ ਲੋਕ ਆਪਾਂ ਇੰਪਲੋਈ ਕਰਦੇ ਹਾਂ, ਅਗਰ ਆਪਾਂ ਉਹਨਾਂ ਨੂੰ ਮੇਨਟੇਨ ਕਰ ਲਈ ਅੱਜ ਬਹੁਤ ਹੈ। ਕਿਉਂਕਿ ਅਗਰ ਆਪਾਂ ਜਦ ਕਹਿ ਹੀ ਇਹੀ ਰਹੇ ਹਾਂ ਆਪਾਂ ਇੰਡਸਟਰੀ 30-40% ਤੇ ਚਲਾਣੀ ਹੈ, ਦੈਟ ਮੀਨਸ 40-50% ਵਰਕਫੋਰਸ ਤਾਂ ਵਿਹਲੀ ਹੋ ਗਈ। ਜਿਹੜਾ MHA ਦਾ ਆਰਡਰ ਹੈ ਉਹ ਕਹਿੰਦਾ ਜੀ ਤੁਸੀਂ 30-40% ਤੋਂ ਜ਼ਿਆਦਾ ਡਿਪਲੋਏ ਨਹੀਂ ਕਰ ਸਕਦੇ। ਆਪਣੇ ਕੋਲ ਇੱਕ ਹੋਰ ਇਸ਼ੂ ਆਪਾਂ ਇੰਡੀਆ ਦੇ ਵਿੱਚ ਗੱਲ ਕਰੀ ਜਾ ਰਹੇ ਹਾਂ, ਵਰਕ ਫਰੋਮ ਹੋਮ। ਅਗਰ ਆਪਾਂ ਵੈਸੇ ਕਲਚਰ ਲਈਏ, ਆਪਾਂ ਕੋਈ ਯੂਰਪ ਜਾਂ US ਵਾਲਾ ਸਿਸਟਮ ਨਹੀਂ। ਆਪਣੇ ਕੋਲ ਲੋਕਾਂ ਕੋਲ ਬੜੇ ਬੜੇ ਘਰ ਹੈ, ਆਪਣੀ ਜਿਹੜੀ ਵਰਕਫੋਰਸ ਹੈ ਬਾਹਰੋਂ ਆਉਂਦੀ ਹੈ। ਆਫਿਸ ਦੇ ਵਿੱਚ ਵੀ ਲੋਕ ਆਗੇ PG 'ਚ 2-2 4-4 5-5 ਬੱਚੇ ਇਕੱਠੇ ਰਹਿੰਦੇ ਹੈ। ਸੋ ਉਹ ਘਰ ਬੈਠ ਕੇ ਕਿੱਥੋਂ ਇਹ ਕੰਮ ਕਰ ਸਕਦੇ ਹੈ? ਨਾ ਉਹਨਾਂ ਕੋਲੋਂ ਕੋਈ ਵੀ ਇੰਟਰਨੈਟ ਕਨੈਕਸ਼ਨ ਅਵੇਲੇਬਲ ਹੈ ਘਰ 'ਚ, ਨਾ ਹੋਰ ਫੈਸਿਲਿਟੀਜ਼ ਅਵੇਲੇਬਲ ਹੈ, ਡਾਟਾ ਸਿਕਿਉਰਿਟੀ ਹੈ। ਸੋ ਆਈ ਥਿੰਕ ਆਪਣੇ ਲਈ ਵਰਕ ਫਰੋਮ ਹੋਮ ਕਲਚਰ ਠੀਕ ਹੈ, ਆਪਾਂ ਸਾਰੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਉਹ ਇੰਨਾ ਆਸਾਨ ਨਹੀਂ ਹੈ। ਉਹ ਇੰਨਾ ਆਸਾਨ ਨਹੀਂ। ਵਰਕ ਫਰੋਮ ਹੋਮ ਦੇ ਨਾਲ ਇੱਕ ਹੋਰ ਬੜੀ ਉਹ ਚੀਜ਼ ਹੈਗੀ ਨਾ, ਪ੍ਰੈਕਟੀਕਲ ਉਹ ਥਿਊਰੀ ਹੈਗੀ ਹੈ ਕਿ ਆਨਲਾਈਨ ਸਰਵਿਸਿਜ਼ ਨੂੰ, ਆਨਲਾਈਨ ਜਿਹੜਾ ਟ੍ਰੇਡਿੰਗ ਹੈ ਜਾਂ ਆਨਲਾਈਨ ਜਿਹੜਾ ਕਾਰੋਬਾਰ ਹੈ, ਉਹ ਉਸ ਨੂੰ ਵਾਧਾ ਮਿਲ ਸਕਦਾ। ਤੁਹਾਨੂੰ ਲੱਗਦਾ ਕਿ ਤੁਹਾਡੇ ਉਦਯੋਗ ਨਾਲ ਜੁੜੇ ਕੰਮ ਦੇ ਨਾਲ ਆਨਲਾਈਨ ਸਰਵਿਸ ਕਿਤੇ ਕੁਝ ਹੈਲਪਫੁਲ ਹੋ ਸਕਦੀ ਹੈ? ਦੇਖੋ ਆਨਲਾਈਨ ਬਾਇੰਗ ਤਾਂ ਵਧ ਹੀ ਰਹੀ ਹੈ, ਬਟ ਉਹ ਆਪਣੇ ਪੇਸ ਤੇ ਚੱਲ ਰਹੀ ਹੈ। ਅੱਜ ਵੀ ਜਿੱਦਾਂ ਅਸੀਂ ਤਾਂ ਟੈਕਸਟਾਈਲ ਜਾਂ ਅੱਜ ਵੀ ਜਦ ਤੱਕ ਕਸਟਮਰ ਕਿਸੇ ਫੈਬਰਿਕ ਨੂੰ, ਕਿਸੇ ਚੀਜ਼ ਨੂੰ ਫੀਲ ਨਹੀਂ ਕਰ ਲੈਂਦਾ, ਉਹਨੂੰ ਤਸੱਲੀ ਨਹੀਂ ਹੁੰਦੀ। तो ਉਹ ਵੱਧ ਰਿਹਾ, ਲੇਕਿਨ ਉਹ ਇੰਨੀ ਸਪੀਡ ਤੇ ਨਹੀਂ ਵੱਧ ਸਕਦਾ ਵੀ ਆਪਾਂ ਆਨਲਾਈਨ ਤੇ ਡਿਪੈਂਡੈਂਟ ਹੋ ਜਾਈਏ। ਆਨਲਾਈਨ ਤੇ ਡਿਪੈਂਡੈਂਟ ਹੋ ਜਾਈਏ। ਸਰ ਆਖਰੀ ਸਵਾਲ ਹੈਗਾ, ਕੋਈ ਸੁਜੈਸ਼ਨ ਜਾਂ ਕੋਈ ਤੁਹਾਡੇ ਨਜ਼ਰੀਏ ਨਾਲ ਕੋਈ ਵੇ ਆਊਟ ਜੋ ਤੁਸੀਂ ਦੱਸਣਾ ਚਾਹੋਗੇ ਕਿ ਇਸ ਤਰ੍ਹਾਂ ਦੇ ਨਾਲ ਹੋ ਸਕਦਾ? ਕਿਉਂਕਿ ਸਰਕਾਰ ਦਾ ਨਜ਼ਰੀਆ ਇੱਕ ਹੋ ਸਕਦਾ, ਸੈਂਟਰ ਸਟੇਟ ਦਾ ਕੋਈ ਵੀ, ਪਰ ਜਿਹੜੇ ਕਾਰੋਬਾਰ ਕਰ ਰਹੇ ਨੇ ਉਹਨਾਂ ਦਾ ਨਜ਼ਰੀਆ ਪ੍ਰੈਕਟੀਕਲ ਹੈਗਾ ਜ਼ਿਆਦਾ। ਤੁਸੀਂ ਕੀ ਕਹਿਣਾ ਚਾਹੋਗੇ ਸਰ ਇਸ ਤੇ? ਦੇਖੋ ਮੈਂ ਕਹਿਣਾ ਚਾਹੂੰਗਾ, ਆਈ ਥਿੰਕ ਜਿਹੜਾ ਹੁਣ ਆਪਾਂ ਕ੍ਰਾਈਸਿਸ ਹੈਗੇ ਆ, ਜਿਹੜੀ ਹੈ ਕਰੋਨਾ ਦੇ, COVID-19 ਦੇ, ਵੀ ਹੈਵ ਟੂ ਸਟਾਰਟ ਲਿਵਿੰਗ ਵਿਦ ਇਟ। ਆਪਾਂ ਇਹ ਬੰਦ ਕਰਕੇ ਐਡਾ ਬੜਾ ਕ੍ਰਾਈਸਿਸ, ਇਕਨੋਮਿਕ ਕ੍ਰਾਈਸਿਸ ਨਾਲ ਖੜਾ ਕਰ ਲਈਏ ਵੀ ਬੰਦਾ ਬਿਮਾਰੀ ਨਾਲ ਨਾ ਮਰੇ, ਭੁੱਖ ਨਾ ਮਰ ਜਾਵੇ। ਸੋ ਆਈ ਥਿੰਕ ਵੀ ਸ਼ੁੱਡ ਬੀ ਪ੍ਰੀਪੇਅਰਡ ਟੂ ਫੇਸ ਇਟ। ਸਾਨੂੰ ਤਿਆਰ, ਆਪਣੇ 2 ਮਹੀਨੇ ਸਰਕਾਰ ਨੇ ਤਿਆਰ ਤਾਂ ਆਪਣੇ ਆਪ ਨੂੰ ਕਰ ਹੀ ਲਿਆ ਫੇਸ ਕਰਨ ਨੂੰ। ਮੈਡੀਕਲ ਇਕਵਿਪਮੈਂਟ, ਹਰ ਚੀਜ਼, ਐਵਰੀਥਿੰਗ ਇਜ਼ ਔਨ ਗਰਾਊਂਡ। ਸੋ ਸਾਨੂੰ ਇਹ ਇੰਡਸਟਰੀ ਨੂੰ ਪੂਰੀ ਖੁੱਲ੍ਹ ਦੇਣੀ ਚਾਹੀਦੀ ਹੈ ਚਲਾਉਣ ਵਾਸਤੇ, ਕੰਪੀਟੀਟਿਵ ਬਣਾਉਣਾ ਚਾਹੀਦਾ ਹੈ। ਸਰਕਾਰ ਨੂੰ ਜਿਹੜੀ ਐਕਸਪੋਰਟ ਬੇਸਡ ਇੰਡਸਟਰੀਜ਼ ਹੈ ਉਹਨਾਂ ਨੂੰ ਇਨਸੈਂਟਿਵ ਦੇਣਾ ਚਾਹੀਦਾ ਹੈ ਵੀ ਜਾ ਕੇ ਅਸੀਂ ਯੂਰਪੀਅਨ, ਅਮਰੀਕਨ ਮਾਰਕੀਟ ਹੋਰ ਕੰਪੀਟੀਟਿਵ ਹੋ ਕੇ ਮਟੀਰੀਅਲ ਵੇਚ ਸਕੀਏ, ਆਪਣਾ ਵੋਲਿਊਮ ਵਧਾ ਸਕੀਏ। ਪਲੱਸ ਅਸੀਂ ਜਿਹੜਾ ਇੱਕ ਚਾਈਨਾ ਦਾ ਫੈਕਟਰ ਹੈਗਾ ਉਹ ਤੋਂ ਐਜ ਲੈ ਕੇ ਆਪਣੇ ਵੋਲਿਊਮ ਵਧਾ ਸਕੀਏ। ਕੋਈ ਪ੍ਰਪੋਜ਼ਲ ਹੈਗਾ ਜਿਹੜਾ ਤੁਸੀਂ ਦੱਸਿਆ ਕਿ ਸੁਜੈਸਟ ਕੀਤਾ ਹੋਵੇ ਜਾਂ ਭੇਜਿਆ ਹੋਵੇ ਵੀ ਕਿ ਸਾਨੂੰ ਇੰਨੀ ਕੁ ਆਰਥਿਕ ਮਦਦ ਦੀ ਲੋੜ ਹੈਗੀ ਹੈ? ਦੇਖੋ ਸਾਰੀ ਐਸੋਸੀਏਸ਼ਨ ਨੇ ਇੱਕ ਜੁਆਇੰਟ ਡਿਸਕਸ਼ਨ ਕਰਕੇ ਇੱਕ ਪੇਪਰ ਬਣਾ ਕੇ ਸਰਕਾਰ ਨੂੰ ਦਿੱਤਾ ਹੈ, ਜਿਹਦੇ ਵਿੱਚ ਸਾਰਾ ਕੁਝ ਕਵਰਡ ਹੈ ਵੀ ਇਨਸੈਂਟਿਵ ਤੋਂ ਲੈ ਕੇ GST ਰਿਡਕਸ਼ਨ, ਵੀ ਸੈਲਰੀ ਵੇਜਸ ਨੂੰ ਸਪੋਰਟ। ਸੋ ਆਈ ਥਿੰਕ ਇਹ ਸਾਰਾ ਉਹਦੇ ਵਿੱਚ ਕਵਰਡ ਹੈ। ਹੁਣ ਲੈਟਸ ਸੀ ਗਵਰਨਮੈਂਟ ਕੀ ਸਟੈਂਡ ਲੈਂਦੀ ਹੈ, ਕੀ ਸਪੋਰਟ ਦਿੰਦੀ ਹੈ। ਤੁਸੀਂ ਕੋਈ ਦੱਸ ਸਕਦੇ ਹੋ ਕਿੰਨਾ ਕੁ ਮਦਦ ਮੰਗੀ ਗਈ ਹੈ? ਆਈ ਥਿੰਕ ਜਿਹੜੀ ਸੁਜੈਸ਼ਨ ਦੀ ਲਿਸਟ ਤਾਂ ਬਹੁਤ ਲੰਬੀ ਹੈ, ਪਰ ਲੈਟਸ ਸੀ ਹੁਣ ਕੀ ਉਮੀਦ ਬਹੁਤ ਹੈ ਇਸ ਹਫਤੇ ਕੁਝ ਨਾ ਕੁਝ ਅਨਾਉਂਸ ਕਰੋਗੇ ਜ਼ਰੂਰ।
ਅਨਾਉਂਸ ਕਰੋਗੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਨੀਰਜ ਸਲੂਜਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਦੇ ਲਈ। ਸੋ ਨੀਰਜ ਸਲੂਜਾ ਦਾ ਕਹਿਣਾ ਹੈਗਾ ਕਿ ਕੋਵਿਡ-19 ਦੇ ਨਾਲ ਰਹਿਣ ਦੀ ਆਦਤ ਟਾਲਣੀ ਚਾਹੀਦੀ ਹੈ ਔਰ ਇੰਡਸਟਰੀ ਖੋਲ੍ਹਣ ਤੋਂ ਇਲਾਵਾ ਫਿਲਹਾਲ ਕੋਈ ਆਰਥਿਕ ਪੱਖ ਨੂੰ ਸੁਧਾਰਨ ਦਾ ਦੂਸਰਾ ਕੋਈ ਚਾਰਾ ਨਹੀਂ ਹੈਗਾ। ਧੰਨਵਾਦ ਸਲੂਜਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਸਾਨੂੰ ਸਮਾਂ ਦੇਣ ਲਈ। ਥੈਂਕ ਯੂ।